ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ ਗੁਰਬਾਣੀ ਕਹੈ ਸੇਵਕ ਜਨ ਮਾਨੈ ਪਰਤਖ ਗੁਰੂ ਨਿਸਤਾਰੇ। ਆਮੋ ਸਿੱਖ ਸਤ ਗੁਰ ਕੇ ਪਿਆਰਿਓ ਗਾਵੋ ਸੱਚੀ ਬਾਣੀ। ਬਾਣੀ ਤਾਂ ਗਾਵੋ ਗੁਰੂ ਕੇਰੀ ਬਾਣੀਆਂ ਸਿਰ ਬਾਣੀ। ਜਿਨ ਕੋ ਨਦਰ ਕਰਮ ਹੋਵੈ ਹਿਰਦੇ ਤਿਨਾ ਸਮਾਣੀ। ਪੀਵੋ ਅੰਮ੍ਰਿਤ ਸਦਾ ਰਹੋ ਹਰ ਰੰਗ ਜਪਿਓ ਸਾਰਿੰਗ ਪਾਣੀ। ਕਹੈ ਨਾਨਕ ਸਦਾ ਗਾਵੋ ਇਹੋ ਸੱਚੀ ਬਾਣੀ। ਮੂਕ ਉਚਰੈ ਸ਼ਾਸਤਰ ਖਟ ਪਿੰਗ ਗਿਰਨ ਚੜ ਜਾਏ। ਅੰਧ ਲਿਖੈ ਬਦਰੋ ਸੋਣਾ ਜੋ ਕਾਲ ਕਿਰਪਾ ਕਰਾਏ। ਕਹਾਂ ਬੁੱਧ ਪ੍ਰਭ ਤੁਛ ਹਮਾਰੀ ਬਰਨ ਸਕੈ ਮਹਿਮਾ ਜੋ ਤੁਹਾਰੀ। ਹਮ ਨਾ ਸਕਤ ਕਰ ਸਿਫਤ ਤੁਮਾਰੀ ਆਪ ਲਿਹੁ ਤੁਮ ਕਥਾ ਸੁਧਾਰੀ। ਹਮ ਨਾ ਸਕਤ ਕਰ ਸਿਫਤ ਤੁਮਾਰੀ ਆਪ ਲਿਹੁ ਤੁਮ ਕਥਾ ਸੁਧਾਰੀ। ਟੋਡੀ ਮਹੱਲਾ ਪੰਜਵਾ। ਨਿੰਦਕ ਗੁਰ ਕਿਰਪਾ ਤੇ ਹਟਿਓ ਪਾਰ ਬ੍ਰਹਮ ਪ੍ਰਭ ਭੈ ਦਿਆਲਾ। ਸ਼ਿਵ ਕੈ ਬਾਣ ਸਿਰ ਕਾਟਿਓ ਰਹਾਉ। ਕਾਲ ਜਾਲ ਜਮ ਜੋਹੀ ਨਾ ਸਕੈ ਸੱਚ ਕਾ ਪੰਥਾ ਥਾਟਿਓ। ਖਾਤ ਖਰਚਤ ਕਿਛ ਨਿਖੁਟਤ ਨਾਹੀ ਰਾਮ ਰਤਨ ਧਨ ਖਾਟਿਓ। ਭਸਮਾ ਭੂਤ ਹੁਆ ਖਿਨ ਭੀਤਰ ਆਪਣਾ ਕੀਆ ਪਾਇਆ। ਆਗਮ ਨਿਗਮ ਕਹੈ ਜਨ ਨਾਨਕ ਸਭ ਦੇਖੈ ਲੋਕ ਸੁਭਾਇਆ। ਆਗਮ ਨਿਗਮ ਕਹੈ ਜਨ ਨਾਨਕ ਸਭ ਦੇਖੈ ਲੋਕ ਸੁਭਾਇਆ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ। ਸਾਹਿਬਾਂ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਜੁੜ ਬੈਠੀ ਗੁਰੂ ਦੇ ਪਿਆਰ ਵਾਲੀ ਗੁਰੂ ਦੀ ਸਾਜੀ ਨਵਾਜੀ ਸਾਧ ਸੰਗਤ ਜੀ। ਸਤਿਗੁਰਾਂ ਦੀ ਅਪਰੰਪਾਰ ਮਿਹਰ ਕਿਰਪਾ ਰਹਿਮਤ ਬਖਸ਼ਿਸ਼ ਹੋਈ ਹੈ। ਅੰਮ੍ਰਿਤ ਵੇਲੇ ਗੁਰੂ ਚਰਨਾਂ ਵਿੱਚ ਹਾਜ਼ਰੀ ਭਰਨ ਦਾ ਸੁਭਾਗ ਸਮਾਂ ਪ੍ਰਾਪਤ ਹੋਇਆ ਹੈ। ਅੰਮ੍ਰਿਤ ਵੇਲੇ ਤੋਂ ਨਿਤਨੇਮ ਦੀਆਂ ਬਾਣੀਆਂ ਦੇ ਜਾਪ ਹੋਏ। ਆਸਾ ਜੀ ਦੀ ਵਾਰ ਦੇ ਕੀਰਤਨ ਗੁਰਮੁਖਾਂ ਪਾਸੋਂ ਸਰਵਣ ਕੀਤੇ ਨੇ।
ਚੱਲ ਰਹੀ ਲੜੀਵਾਰ ਕਥਾ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸਰਵਣ ਕਰਨ ਲਈ ਆਪਾਂ ਗੁਰੂ ਚਰਨਾਂ ਵਿੱਚ ਜੁੜ ਕੇ ਬੈਠੇ ਹਾਂ। ਇਹ ਪਾਵਨ ਸ਼ਬਦ ਟੋਡੀ ਰਾਗ ਦੇ ਵਿੱਚ ਹੈ, ਮਹੱਲਾ ਪੰਜਵਾਂ, ਪੰਜਵੇਂ ਪਾਤਸ਼ਾਹ ਜੀ ਦਾ ਉਚਾਰਨ ਕੀਤਾ ਹੋਇਆ ਹੈ। ਨਿੰਦਕ ਗੁਰ ਕਿਰਪਾ ਤੇ ਹਟਿਓ। ਨਿੰਦਾ ਕਰਨੀ ਜਿਹੜੀ ਹੈ ਸੋ ਇਹਦਾ ਵੀ ਇੱਕ ਸਵਾਦ ਪੈ ਜਾਂਦਾ ਹੈ। ਜਿਹਨੂੰ ਇਹ ਆਦਤ ਪੈ ਜਾਵੇ ਨਾ ਨਿੰਦਿਆ ਕਰਨ ਦੀ, ਉਹ ਕਿੱਥੇ ਹਟਦੀ ਹੈ। ਬਹੁਤ ਕਿਤੇ ਗੁਰੂ ਦੀ ਰਹਿਮਤ ਹੋਵੇ, ਬਖਸ਼ਿਸ਼ ਹੋਵੇ, ਫਿਰ ਭਾਵੇਂ ਨਿੰਦਾ ਕਰਨੇ ਵਾਲਾ ਨਿੰਦਾ ਕਰਨ ਤੋਂ ਗੁਰੇਜ਼ ਕਰਦਾ ਹੈ, ਨਹੀਂ ਤਾਂ ਸੋ ਆਦਤ ਤੋਂ ਮਜਬੂਰ ਉਹ ਨਿੰਦਿਆ ਕਰਦਾ ਹੀ ਕਰਦਾ ਹੈ। ਅਤੇ ਨਿੰਦਾ ਕਰਨ ਦੇ ਨਾਲ ਸਾਰਾ ਜਪ ਤਪ ਜਿਹੜਾ ਉਹ ਸਵਾਹ ਹੋ ਜਾਂਦਾ, ਉਹਦਾ ਕੋਈ ਫਲ ਨਹੀਂ ਰਹਿ ਜਾਂਦਾ। ਜਦੋਂ ਬੰਦਾ ਨਿੰਦਿਆ ਕਰ ਦਿੰਦਾ, ਕਰੇ ਨਿੰਦ ਸਭ ਬਿਰਥਾ ਜਾਵੇ, ਜਿੰਨਾ ਵੀ ਜਪ ਤਪ ਕੀਤਾ ਸਭ ਬੇਅਰਥ ਚਲੇ ਜਾਂਦਾ ਜਦੋਂ ਇਹ ਨਿੰਦਿਆ ਕਰ ਦਿੰਦਾ। ਜਿਨ੍ਹਾਂ ਨੂੰ ਆਦਤ ਪੈ ਗਈ ਹੁੰਦੀ ਉਹ ਕਿੱਥੇ ਰਹਿੰਦੇ ਨੇ ਨਿੰਦਿਆ ਕਰਨ ਤੋਂ ਬਿਨਾਂ। ਪਾਰ ਬ੍ਰਹਮ ਪ੍ਰਭ ਭੈ ਦਿਆਲਾ, ਸ਼ਿਵ ਕੈ ਬਾਣ ਸਿਰ ਕਾਟਿਓ। ਨਿੰਦਿਆ ਹੁੰਦੀ ਉਦੋਂ ਹੈ ਜਦੋਂ ਇਹਦੇ ਵਿੱਚ ਹੰਕਾਰ ਹੋਵੇ। ਪਰ ਜਿਹੜਾ ਬੰਦਾ ਆਪਣੇ ਆਪ ਨੂੰ ਚੰਗਾ ਸਮਝੇਗਾ ਉਹ ਹੀ ਦੂਜੇ ਨੂੰ ਮਾੜਾ ਜਾਣੇਗਾ ਜੀ। ਸੋ ਇਹ ਸਿਰ ਕਾਟਿਓ, ਹੰਕਾਰ ਦਾ ਸਿਰ ਜਿਹੜਾ ਉਹ ਕੱਟਣਾ ਪੈਂਦਾ, ਹੰਕਾਰ ਕੱਟਣਾ ਪੈਂਦਾ ਹੈ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਜਿਹੜਾ ਹੰਕਾਰ ਦਾ ਸਿਰ ਹੈ ਇਹ ਸ਼ਿਵ ਕੇ ਬਾਣ ਦੇ ਨਾਲ ਕੱਟ ਹੁੰਦਾ ਹੈ। ਸ਼ਿਵ ਕੈ ਬਾਣ ਭਾਵ ਗੁਰੂ ਦਾ ਵਚਨ, ਗੁਰੂ ਦੇ ਬਚਨ ਨੂੰ ਜੋ ਪੜ੍ਹਦੇ ਸੁਣਦੇ ਕਮਾਉਂਦੇ ਨੇ ਉਹਨਾਂ ਦੇ ਅੰਦਰੋਂ ਇਹ ਜਿਹੜਾ ਹੰਕਾਰ ਹੈ ਉਹ ਖਤਮ ਹੁੰਦਾ ਹੈ। ਜਦੋਂ ਹੰਕਾਰ ਹੀ ਖਤਮ ਹੋ ਗਿਆ ਤਾਂ ਫਿਰ ਕੋਈ ਨਿੰਦਿਆ ਨਹੀਂ। ਫਿਰ ਤਾਂ ਆਪਣੇ 'ਚ ਹੀ ਔਗਣ ਤੱਕਦਾ ਰਹਿੰਦਾ, ਫਿਰ ਮੇਰੇ 'ਚ ਕਿਹੜੇ ਔਗਣ ਨੇ, ਕਿਹੜੇ ਔਗਣ ਨੇ। ਫਿਰ ਇੱਧਰਲੇ ਪਾਸੇ ਨੂੰ ਹੋ ਜਾਂਦਾ, ਸਾਵੇਂ ਦੂਜਿਆਂ ਦੇ ਔਗਣ ਤੱਕਦਾ ਸੀਗਾ। ਜਦੋਂ ਹੰਕਾਰ ਨੂੰ ਕੱਟ ਦਿੱਤਾ ਹੈ ਫਿਰ ਆਪਣੇ ਔਗਣ ਤੱਕਦਾ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਜਦੋਂ ਪ੍ਰਮਾਤਮਾ ਪਰਮੇਸ਼ਰ ਦਇਆ ਦੇ ਘਰ ਵਿੱਚ ਹੁੰਦੇ ਨੇ ਫਿਰ ਗੁਰੂ ਦੇ ਬਚਨ ਦੁਆਰਾ ਇਹ ਹੰਕਾਰ ਕੱਟਿਆ ਜਾਂਦਾ ਹੈ। ਰਹਾਓ। ਕਾਲ ਜਾਲ ਜਮ ਜੂਹੀ ਨ ਸਾਕੈ, ਸੱਚ ਕਾ ਪੰਥਾ ਥਾਟਿਓ। ਇੱਕ ਐਸਾ ਮਾਰਗ ਹੈ, ਐਸਾ ਰਾਸਤਾ ਹੈ ਜਿੱਥੇ ਕਾਲ ਕੁਛ ਨਹੀਂ ਕਰ ਸਕਦਾ, ਜਮ ਦੀ ਕੋਈ ਵਾਹ ਪੇਸ਼ ਨਹੀਂ ਜਾਂਦੀ। ਉਹ ਸੱਤ ਕਾ ਪੰਥਾ ਥਾਟਿਓ, ਸੱਚ ਕਾ ਪੰਥਾ ਥਾਟਿਓ। ਸੱਚ ਕਾ ਪੰਥਾ ਜਿਹੜਾ ਸੱਚ ਦਾ ਮਾਰਗ ਹੈ। ਜਦੋਂ ਹੀ ਗੁਰੂ ਦੀ ਕਿਰਪਾ ਦੇ ਨਾਲ ਸੱਚ ਦੇ ਮਾਰਗ ਨੂੰ ਮੱਲਿਆ ਫਿਰ ਕਾਲ ਜਿਹੜਾ ਸੀਗਾ ਸੋ ਉਹ ਬੇਬਸ ਹੋ ਗਿਆ, ਜਮ ਕੁਛ ਨਹੀਂ ਕਰ ਸਕਿਆ। ਕਿਉਂ? ਕਿਉਂਕਿ ਇਸ ਸੱਚ ਦੇ ਮਾਰਗ ਨੂੰ ਜਾ ਕੇ ਉਸਨੇ ਮੱਲ ਲਿਆ। ਕਹਿੰਦੇ ਖਾਤ ਖਰਚਤ ਕਿਛ ਨਿਖੁਟਤ ਨਾਹੀ, ਰਾਮ ਰਤਨ ਤਨ ਖਾਟਿਓ। ਖਾਂਦਿਆਂ ਪੀਂਦਿਆਂ ਇਹ ਨਾਮ ਧਨ ਐਸਾ ਆ, ਜਿੰਨਾ ਮਰਜ਼ੀ ਛਕੋ, ਜਿੰਨਾ ਮਰਜ਼ੀ ਛਕਾਓ, ਵਰਤਾਓ, ਜਿੱਦਾਂ ਮਰਜ਼ੀ ਕਹਿੰਦੇ ਵਰਤੋ ਇਸ ਨੂੰ, ਇਹ ਕਦੀ ਵੀ ਮੁੱਕਦਾ ਨਹੀਂ ਹੈ। ਕਿਛ ਨਿਖੁਟਤ ਨਾਹੀ, ਰਾਮ ਰਤਨ ਧਨ ਖਾਟਿਓ। ਇਹ ਪ੍ਰਮਾਤਮਾ ਪਰਮੇਸ਼ਰ ਦੇ ਨਾਮ ਦਾ ਜਿਹੜਾ ਧਨ ਹੈ, ਇਹ ਜਿਹੜੇ ਰਤਨ ਨੇ ਇਹ ਰਤਨ ਕਦੀ ਮੁੱਕਦੇ ਨਹੀਂ ਹੈ। ਦੂਸਰਾ ਭਾਈ ਜਿਹਦੇ ਪੱਲੇ ਨਾਮ ਹੈ ਨਾ ਉਸਨੂੰ ਕਿਸੇ ਵੀ ਦੁਨਿਆਵੀ ਪਦਾਰਥ ਦੀ ਕਦੀ ਤੋਟ ਨਹੀਂ ਆਉਂਦੀ। ਜਿੰਨਾ ਮਰਜ਼ੀ ਖਰਚੇ ਅਤੇ ਜਿੰਨਾ ਮਰਜ਼ੀ ਵਰਤਾਵੇ ਉਹਨੂੰ ਕਦੀ ਤੋਟ ਹੀ ਨਹੀਂ ਆ ਸਕਦੀ। ਖਾਤ ਖਰਚਤ ਕਿਛ ਨਿਖੁਟਤ ਨਾਹੀ। ਸੋ ਜੇ ਬੰਦਗੀ ਥੋੜ੍ਹੀ ਹੈ ਫਿਰ ਮਨ 'ਚ ਹੁੰਦਾ ਵੀ ਹਾਂ ਵੀ ਕਿਤੇ ਮੈਂ ਜੋ ਜਪ ਤਪ ਕੀਤਾ ਕਿਤੇ ਸਾਰਾ ਖਤਮ ਹੀ ਨਾ ਹੋ ਜਾਵੇ। ਉਹ ਸਟਾਰਟਿੰਗ 'ਚ ਹੁੰਦਾ, ਪਰ ਜਿਨ੍ਹਾਂ ਦਾ ਜੀਵਨ ਹੀ ਬੰਦਗੀ ਹੋ ਜਾਂਦਾ ਹੈ ਉਹਨਾਂ ਨੂੰ ਕੋਈ ਫਰਕ ਨਹੀਂ ਪੈਂਦਾ ਹੈ।
ਉਹ ਬੇਪਰਵਾਹੀ ਦੇ ਨਾਲ ਉਹਦੀ ਬੰਦਗੀ ਕਰਦੇ ਨੇ। ਉਹਨਾਂ ਦਾ ਰੋਜ਼ਮਾਰੇ ਦੀ ਇਹ ਜ਼ਿੰਦਗੀ ਹੁੰਦੀ ਇਹਨਾਂ ਦੀ, ਪਤਾ ਨਹੀਂ ਕਿੰਨਿਆਂ ਕੁ ਦਾ ਰੋਜ਼ ਭਲਾ ਕਰ ਜਾਂਦੇ ਨੇ। ਸ਼ਿਵ ਕੇ ਬਾਣ, ਗੁਰੂ ਦੇ ਬਚਨਾਂ ਰਾਹੀਂ ਭਲਾ ਕਰਦੇ ਨੇ। ਜਦੋਂ ਗੁਰੂ ਦੇ ਬਚਨ ਉਹ ਸੁਣਾਉਂਦੇ ਨੇ ਰੱਬ ਦੇ ਪਿਆਰੇ, ਤੇ ਉਹਨਾਂ ਦੇ ਵਿੱਚ ਹੰਕਾਰ ਦੀ ਬੋ ਨਹੀਂ ਹੁੰਦੀ ਹੈ। ਜਦੋਂ ਹੰਕਾਰ ਦੀ ਬੋ ਹੋਵੇ ਨਾ, ਫੇਰ ਹੀ ਬੰਦਾ ਉੱਥੇ ਥੋੜ੍ਹਾ ਘਬਰਾਉਂਦਾ। ਹੰਕਾਰ ਨਹੀਂ ਹੁੰਦਾ ਉਹਨਾਂ ਦੇ ਬਚਨਾਂ ਦੇ ਵਿੱਚ। ਭਸਮ ਭੂਤ ਹੁਆ ਖਿਨ ਭੀਤਰ, ਆਪਣਾ ਕੀਆ ਪਾਇਆ। ਨਿੰਦਕ ਦਾ ਰਿਜ਼ਲਟ ਕੀ ਹੈ? ਨਿੰਦਕ ਨੂੰ ਮਿਲਦਾ ਕੀ ਹੈ? ਕਹਿੰਦੇ ਉਹ ਸਵਾਹ ਬਣ ਜਾਂਦਾ। ਭਸਮਾ ਭੂਤਨ ਸਵਾਹ, ਛਿਨ ਮਾਤਰ ਦੇ ਸਮਝ ਖਿਨ ਭੀਤਰ। ਫੇਕਣਾ ਵੀ ਹਾਂ ਰੱਬ ਨੇ ਇਹ ਕੀ ਕੀਤਾ, ਇਹ ਤਾਂ ਬੜਾ ਮਾੜਾ ਕਰਤਾ ਰੱਬ ਨੇ। ਸੱਚੇ ਪਾਤਸ਼ਾਹ ਕਹਿੰਦੇ ਨਹੀਂ ਬਈ, ਇਹਨੇ ਆਪਣਾ ਕੀਤਾ ਪਾਇਆ, ਰੱਬ ਨੇ ਕੁਛ ਨਹੀਂ ਕੀਤਾ। ਉਹਨੇ ਤਾਂ ਇਹਦੇ ਕਰਮ ਭੁਗਤਾਏ ਨੇ। ਜਿਹੜੇ ਮਾੜੇ ਕਰਮ ਸੀ ਕੀਤੇ ਹੋਏ, ਉਹਨਾਂ ਨੂੰ ਉਸਨੇ ਭੁਗਤਾਇਆ, ਨਿਆਂ ਕੀਤਾ ਪੂਰਾ। ਨਿਆਉ ਕਰੇ ਕਰਤਾਰ, ਕਿਉਂ ਉਹ ਕਦੀ ਗਲਤ ਨਹੀਂ ਕਰਦਾ। ਕਹਿੰਦੇ ਕੀ ਆਪਣਾ ਪਾਇਆ। ਹਾਂ, ਨਿੰਦਕ ਆਪਣਾ ਕੀਤਾ ਪਾ ਲੈਂਦਾ। ਫਿਰ ਕਹਿੰਦੇ ਆਗਮ ਨਿਗਮ ਕਹੈ ਜਨ ਨਾਨਕ, ਸਭ ਦੇਖੈ ਲੋਕ ਸਬਾਇਆ। ਜਿਹੜਾ ਸਵਾਹ ਹੁੰਦੀ ਨਾ, ਸਵਾਹ। ਸੋ ਨਿੰਦਕਾਂ ਦਾ ਹੀ ਹਾਲ ਹੁੰਦਾ, ਹਰ ਵਕਤ ਸੜੇ ਪੁੱਜੇ ਰਹਿੰਦੇ ਨੇ ਜੀ। ਹਰ ਵਕਤ ਅੰਦਰ ਉਹਨਾਂ ਦੀ ਸਵਾਹ ਬਣੀ ਹੋਈ ਹੁੰਦੀ ਹੈ। ਸੋ ਵਸ ਨਹੀਂ ਉਹਨਾਂ ਦਾ ਹੁਣ। ਉਹ ਆਪਣੀ ਕੀਤੀ ਹੋਈ ਜਿਹੜੀ ਕਿਰਤ ਕਮਾਈ ਉਹ ਪਾ ਲੈਂਦੇ ਨੇ, ਆਪਣੇ ਕੀਤੇ ਹੋਏ ਕਰਮਾਂ ਦਾ ਫਲ ਭੋਗ ਲੈਂਦੇ ਨੇ। ਆਗਮ ਨਿਗਮ ਕਹੈ ਜਨ ਨਾਨਕ। ਮਹਾਰਾਜ ਕਹਿੰਦੇ ਮੈਂ ਉਹ ਗੱਲਾਂ ਕਹਿ ਰਿਹਾ, ਉਹ ਗੱਲਾਂ ਸੁਣਾ ਰਿਹਾ ਜਿਹੜੀਆਂ ਕਿ ਇਨਸਾਨ ਦੀ ਬੁੱਧੀ ਤੋਂ ਪਰੇ ਨੇ, ਜਿੱਥੇ ਮਨੁੱਖ ਦੀ ਬੁੱਧੀ ਨਹੀਂ ਜਾਂਦੀ। ਅਗੰਮੀ ਖੇਡਾਂ, ਦਰਗਾਹ ਦੀਆਂ ਖੇਡਾਂ, ਦਰਗਾਹ ਦੀਆਂ ਬਾਤਾਂ। ਕਹੈ ਜਨ ਨਾਨਕ, ਮੈਂ ਜਨ ਨਾਨਕ ਦਰਗਾਹ ਦੀਆਂ ਖੇਡਾਂ ਦਾ ਜ਼ਿਕਰ ਤੁਹਾਡੇ ਨਾਲ ਕਰਦਾ। ਸਭ ਦੇਖਿਆ ਲੋਕ ਸਬਾਇਆ। ਸੋ ਜਿਹੜੀਆਂ ਗੱਲਾਂ ਮੈਂ ਤੁਹਾਡੇ ਨਾਲ ਕੀਤੀਆਂ, ਸੋ ਜਦੋਂ ਤੁਸੀਂ ਸਾਰੇ ਲੋਕ ਦੇਖਣਗੇ, ਪਾਤਸ਼ਾਹ ਕਹਿੰਦੇ ਵੀ ਹਾਂ ਸਾਰੀ ਇਕੱਲੀ ਇਕੱਲੀ ਗੱਲ ਸੱਚੀ। ਸੋ ਜੋ ਨਿੰਦਕ ਦੇ ਪਰਥਾਏ ਮਹਾਰਾਜ ਨੇ ਲਿਖ ਦਿੱਤਾ, ਸਾਰੇ ਸੰਸਾਰ ਵਿੱਚ ਝਾਤੀ ਮਾਰ ਕੇ ਵੇਖ ਲਈਏ, ਨਿੰਦਿਆ ਕਰਨੇ ਵਾਲਿਆਂ ਦਾ ਹਸ਼ਰ ਮਾੜਾ ਹੀ ਹੁੰਦਾ। ਉਹ ਰਾਖ ਬਣ ਜਾਂਦੇ ਨੇ, ਸਵਾਹ ਬਣ ਜਾਂਦੇ ਨੇ। ਸਾਰੇ ਲੋਕ ਵਹਿੰਦੇ ਨੇ ਉਸਨੂੰ, ਸਾਰਾ ਜਹਾਨ ਉਸਨੂੰ ਵੇਖਦਾ। ਕਹਿੰਦੇ ਟੋਡੀ ਮਹੱਲਾ ਪੰਜਵਾਂ। ਕਿਰਪਨ ਤਨ ਮਨ ਕਿਲ ਵਿਖ ਭਰੇ, ਸਾਧ ਸੰਗ ਭਜਨ ਕਰ ਸੁਆਮੀ, ਢਾਕਨ ਕੋ ਇਕ ਹਰੇ। ਕਿਰਪਨ ਕੰਜੂਸ ਨੂੰ ਕਿਹਾ ਜਾਂਦਾ ਹੈ। ਸੋ ਜਿਹੜਾ ਧਨ ਨਹੀਂ ਖਰਚਦਾ, ਸਗੋਂ ਉਹਨੂੰ ਜੋੜਨ ਦੀ ਆਦਤ ਪੈ ਗਈ ਹੈ, ਉਹਨੂੰ ਕਿਰਪਨ ਕਿਹਾ ਹੋਇਆ। ਸੋ ਇਹ ਜਿਹੜਾ ਕਿਰਪਨ ਹੈ, ਉਹਦਾ ਤਨ ਵੀ ਅਤੇ ਮਨ ਵੀ ਪਾਪਾਂ ਦੇ ਨਾਲ ਭਰਿਆ ਰਹਿੰਦਾ। ਸੋ ਇੱਥੇ ਕੰਜੂਸ ਤੋਂ ਭਾਵ ਕੀ ਹੈ? ਇੱਥੇ ਕੰਜੂਸ ਤੋਂ ਭਾਵ ਹੈ ਜਿਹੜਾ ਰੱਬ ਵਾਲੇ ਪਾਸੇ ਸਮਾਂ ਹੀ ਨਹੀਂ ਕੱਢਦਾ, ਆਪਣੇ ਸਵਾਸ ਰੱਬ ਵਾਲੇ ਪਾਸੇ ਲਾਉਂਦਾ ਹੀ ਨਹੀਂ ਹੈ। ਨਾ ਸਵੇਰੇ, ਨਾ ਸ਼ਾਮੀ, ਨਾ ਦੁਪਹਿਰੇ, ਕਦੀ ਵੀ ਨਹੀਂ ਉਹਨੂੰ ਚੇਤੇ ਕਰਦਾ, ਕਦੀ ਵੀ ਨਹੀਂ ਚੇਤੇ ਕਰਦਾ। ਰੱਬ ਨੇ ਇਹ ਤਨ ਦਿੱਤਾ, ਸਰੀਰ ਦਿੱਤਾ, ਰੱਬ ਨੇ ਪ੍ਰਾਣ ਦਿੱਤੇ ਹੋਏ ਨੇ, ਸਵਾਸ ਦਿੱਤੇ ਹੋਏ ਨੇ, ਪਰ ਉਹਦੇ ਵਾਲੇ ਵੱਲ ਇਹ ਆਪਣੇ ਸਵਾਸ ਨਹੀਂ ਖਰਚਦਾ। ਫਿਰ ਉਹਦਾ ਰਿਜ਼ਲਟ ਕੀ ਹੈ? ਉਹਦਾ ਤਨ ਵੀ ਅਤੇ ਮਨ ਵੀ ਪਾਪਾਂ ਦੇ ਨਾਲ ਭਰਿਆ ਰਹਿੰਦਾ। ਤਨ ਮਨ ਕਿਲ ਵਿਖ ਭਰੇ, ਪਾਪਾਂ ਦੇ ਨਾਲ ਭਰਿਆ ਰਹਿੰਦਾ। ਕਹਿੰਦੇ ਸਾਧ ਸੰਗ ਭਜਨ ਕਰ ਸੁਆਮੀ, ਢਾਕਨ ਕੋ ਇਕ ਹਰੇ। ਮਹਾਰਾਜ ਕਹਿੰਦੇ ਭਾਈ ਸਾਧ ਸੰਗਤ ਦੇ ਨਾਲ ਮਿਲ ਕੇ ਉਹਦੀ ਬੰਦਗੀ ਕਰਿਆ ਕਰ, ਕਿਉਂਕਿ ਇੱਕ ਪਰਮੇਸ਼ਰ ਦਾ ਨਾਮ ਹੀ ਐਸਾ ਹੈ ਜਿਹੜਾ ਕਿ ਸਾਡੇ ਪਾਪਾਂ ਨੂੰ ਢੱਕਦਾ ਹੈ। ਢਾਕਨ ਕੋ ਇੱਕ ਹਰੇ। ਹਰੇ ਕੀ? ਰੱਬ ਦਾ ਨਾਮ। ਨਾਮ ਜਪ ਤੂੰ ਜਿਹੜੇ ਤੂੰ ਪਾਪ ਕੀਤੇ ਹੋਏ ਨੇ ਉਹ ਢੱਕ ਦੂਗਾ। ਸਤਿਗੁਰੂ ਢਾਕ ਲਿਆ ਮੋਹੇ ਪਾਪੀ ਪੜਦਾ। ਹੁਣ ਜਦੋਂ
ਪਾਪਾਂ ਦੀ ਗਿਣਤੀ ਬਹੁਤਾਤ ਵਿੱਚ ਹੋ ਜਾਵੇ ਤੇ ਉਹਨੂੰ ਢਕਣਾ ਹੀ ਬਣਦਾ ਫਿਰ। ਜਿਹੜੇ ਹੋ ਗਏ ਸੋ ਹੋ ਗਏ, ਨਾਮ ਜਪ ਕੇ ਉਹਨਾਂ 'ਤੇ ਪਰਦਾ ਪਾ ਦਿੱਤਾ। ਹੁਣ ਮੁੜ ਕੇ ਫਿਰ ਉਹਨਾਂ ਨੂੰ ਪਰਦਾ ਨਹੀਂ ਚੱਕਿਆ, ਭਾਵ ਮੁੜ ਕੇ ਫਿਰ ਉਹੋ ਜਿਹੀ ਬਿਰਤੀ ਨਹੀਂ ਕੀਤੀ। ਫਿਰ ਪਾਤਸ਼ਾਹ ਕਹਿੰਦੇ ਨਾਮ ਜਪਿਆ ਕਰ ਰਹਾਓ। ਆਨਕ ਛਿਦਰ ਬੋਹਿਥ ਕੇ ਛੁਟਕਤ, ਥਾਮ ਨਾ ਜਾਹੀ ਕਰੇ। ਬੋਹਿਥ ਹੁੰਦਾ ਜਹਾਜ਼, ਛਿਦਰ ਹੁੰਦਾ ਸੁਰਾਖ। ਜੇ ਹੁਣ ਬੇੜਾ ਜਰਜਰਾ ਹੋਵੇ, ਜਬ ਦੇਖਿਓ ਬੇੜਾ ਜਰਜਰਾ ਤਬ ਉਤਰ ਪਰਿਓ ਹੋਂ ਫਰਕ। ਵੀ ਜਦੋਂ ਮੈਂ ਦੇਖਿਆ ਨਾ ਵੀ ਇਹ ਬੇੜਾ ਤਾਂ ਟੁੱਟਿਆ ਫੁੱਟਿਆ, ਫੂਟੇ 6,000, ਇਹਦੇ ਵਿੱਚ ਤਾਂ ਹਜ਼ਾਰਾਂ ਹੀ ਸੁਰਾਖ ਨੇ, ਇਹ ਤਾਂ ਮੈਨੂੰ ਪਾਰ ਹੀ ਨਹੀਂ ਲਗਾ ਸਕਦਾ, ਮੈਂ ਛਾਲ ਮਾਰ ਕੇ ਉਤਰ ਗਿਆ। ਕਹਿੰਦੇ ਭਗਤ ਜੀ ਕਹਿੰਦੇ ਨੇ, ਹੁਣ ਇੱਥੇ ਕਹਿੰਦੇ ਸਾਹਿਬ ਜੀ ਕਹਿੰਦੇ ਅਨਕ ਛਿਦਰ ਬੋਹਿਥ ਕੇ ਛੁਟਕਤ, ਥਾਮ ਨਾ ਜਾਹੀ ਕਰੇ। ਮੇਰੀ ਜਿਹੜੀ ਇਹ ਜ਼ਿੰਦਗੀ ਦਾ ਜਹਾਜ਼ ਹੈ, ਇਹਦੇ ਤਾਂ ਛਿੱਦਰੇ ਹੀ ਬਹੁਤ ਨੇ, ਸੁਰਾਖ ਹੀ ਬੜੇ ਨੇ, ਹੱਥ ਦੇ ਨਾਲ ਹੁਣ ਬੰਦ ਨਹੀਂ ਕੀਤੇ ਜਾ ਸਕਦੇ। ਸੁਭਾਵ ਪੁੰਨ ਕਰਮ ਕਰਕੇ ਮੈਂ ਉਹਨਾਂ ਸੁਰਾਖਾਂ ਨੂੰ ਬੰਦ ਨਹੀਂ ਕਰ ਸਕਦਾ, ਕਿਉਂਕਿ ਸੁਰਾਖ ਬਹੁਤ ਨੇ, ਪਾਪ ਕੀਤੇ ਹੋਏ ਨੇ ਨਾ। ਜਿਸ ਕਾ ਮੋਹਿਤ ਤਿਸਿਆ ਰਾਧੇ, ਖੋਟੇ ਸੰਗ ਖਰੇ। ਹਾਂ, ਜਿਸ ਨੇ ਮੈਨੂੰ ਇਹ ਜਹਾਜ਼ ਬਖਸ਼ਿਆ, ਇਹ ਸਰੀਰ ਬਖਸ਼ਿਆ, ਸਵਾਸ ਦਿੱਤੇ ਹੈ, ਪ੍ਰਾਣ ਦਿੱਤੇ ਨੇ, ਫਿਰ ਮੈਂ ਉਹਦੀ ਆਰਾਧਨਾ ਕੀਤੀ। ਜਦੋਂ ਉਹਦੀ ਆਰਾਧਨਾ ਕੀਤੀ, ਖੋਟੇ ਤੋਂ ਮੈਂ ਖਰਾ ਬਣ ਗਿਆ, ਉਹ ਪੁਰਾਣੇ ਤੋਂ ਮੈਨੂੰ ਨਵਾਂ ਬਣਾ ਦਿੱਤਾ। ਕਿਉਂਕਿ ਉਹ ਬਣਾਉਣੇ ਵਾਲਾ ਉਹ ਸੀਗਾ ਨਾ, ਉਹ ਬਣਾਉਣੇ ਵਾਲਾ ਸੀਗਾ। ਸੋ ਜਦੋਂ ਮੈਂ ਉਹਦੇ ਅੱਗੇ ਅਰਦਾਸ ਬੇਨਤੀ ਕੀਤੀ ਤਾਂ ਉਸਨੇ ਮੈਨੂੰ ਫਿਰ ਨਵਾਂ ਦਰਵਾਜ਼ਾ ਕਰ ਦਿੱਤਾ। ਗੱਲੀ ਸੈਲ ਉਠਾਵਤ ਚਾਹੈ, ਊਹਾਂ ਹੀ ਹੈ ਧਰੇ। ਗੱਲਾਂ ਦੇ ਨਾਲ ਕੁਝ ਨਹੀਂ ਹੁੰਦਾ। ਹਾਂਜੀ, ਗੱਲਾਂ ਦੇ ਨਾਲ ਪਹਾੜ ਥੋੜ੍ਹੀ ਚੁੱਕਿਆ ਜਾਣਾ। ਪਹਾੜ ਦੇ ਕੋਲ ਖੜ੍ਹ ਕੇ ਪਹਾੜ ਨੂੰ ਚੱਕਣ ਦੀਆਂ ਗੱਲਾਂ ਜਿੰਨੀਆਂ ਮਰਜ਼ੀ ਕਰੀ ਜਾਓ, ਨਹੀਂ ਚੱਕ ਹੋਵੇਗਾ। ਪਹਾੜ ਆਪਣੀ ਜਗ੍ਹਾ ਹੀ ਰਹੇਗਾ। ਇਸ ਤਰ੍ਹਾਂ ਗੱਲਾਂ ਬਾਤਾਂ ਦੇ ਨਾਲ ਜਿਹੜਾ ਮੇਰੀ ਜ਼ਿੰਦਗੀ ਦਾ ਬੇੜਾ ਆ, ਸੋ ਇਹ ਪਾਰ ਨਹੀਂ ਹੋਵੇਗਾ, ਕਿਉਂਕਿ ਇੱਥੇ ਫੂਟੇ 6,000 ਨਾਮ ਜਪਣਾ ਪੈਣਾ। ਫਿਰ ਮਹਾਰਾਜ ਸੱਚੇ ਪਾਤਸ਼ਾਹ ਜੀ ਕਿਰਪਾ ਕਰਨਗੇ। ਕਹਿੰਦੇ ਸੋ ਗੱਲਾਂ ਬਾਤਾਂ ਦੇ ਨਾਲ ਨਹੀਂ ਕੁਝ ਹੁੰਦਾ। ਹਜ਼ੂਰ ਪਾਤਸ਼ਾਹ ਕਹਿੰਦੇ ਮਿਹਨਤ ਕਰਨੀ ਪੈਂਦੀ ਹੈ, ਤਪ ਕਰਨਾ ਪੈਂਦਾ, ਬੰਦਗੀ ਕਰਨੀ ਪੈਂਦੀ ਹੈ। ਕਹਿੰਦੇ ਇਸ ਕਰਕੇ ਗੱਲੀ ਸੈਲ ਉਠਾਵਤ ਚਾਹੈ, ਓਏ ਊਹਾਂ ਹੀ ਹੈ ਧਰੇ। ਪਹਾੜ ਉੱਥੇ ਦਾ ਉੱਥੇ ਹੀ ਰਹਿ ਜਾਂਦਾ। ਜੋਰ ਸਖਤ ਨਾਨਕ ਕਿਛ ਨਾਹੀ, ਪ੍ਰਭ ਰਾਖੋ ਸ਼ਰਨ ਫਰੇ। ਮੇਰੇ 'ਚ ਇੰਨੀ ਸ਼ਕਤੀ ਨਹੀਂ ਹੈ ਕਿ ਟੁੱਟੇ ਹੋਏ ਜਹਾਜ਼ ਨੂੰ ਮੈਂ ਜੋੜ ਲਵਾਂ। ਜਿਹੜਾ ਮੇਰਾ ਇਹ ਜਹਾਜ਼ ਟੁੱਟ ਚੁੱਕਾ ਸੀ ਨਾ, ਮੈਂ ਇਹਨੂੰ ਜੋੜ ਨਹੀਂ ਸਕਦਾ, ਭਾਵ ਮੈਂ ਹੁਣ ਤਰ ਨਹੀਂ ਸਕਦਾ। ਸੋ ਮੇਰੀ ਜ਼ਿੰਦਗੀ ਇੱਦਾਂ ਦੀ ਬਣ ਗਈ ਹੈ ਕਿ ਮੇਰੀ ਸੋਚ ਹੀ ਇੰਨੀ ਭੈੜੀ ਹੋ ਚੁੱਕੀ ਹੈ, ਮਾੜਾ ਹੀ ਸੋਚਦਾ, ਮਾੜਾ ਹੀ ਬੋਲਦਾ। ਸੋ ਆਪਣੀ ਜ਼ਿੰਦਗੀ ਦਾ ਬੇੜਾ ਇਹ ਜੋੜ ਨਹੀਂ ਸਕਦਾ। ਸੋ ਉਹੀ ਕਿਰਪਾ ਕਰਦਾ ਜਦੋਂ ਉਹਦੀ ਮੈਂ ਸ਼ਰਨ ਵਿੱਚ ਆਇਆ ਅਤੇ ਉਹਨੇ ਫਿਰ ਸੋ ਮੈਨੂੰ ਪਾਰ ਕੀਤਾ, ਮੈਂ ਜੋੜ ਦਿੱਤਾ ਉਹਨੇ। ਟੋਡੀ ਮਹੱਲਾ ਪੰਜਵਾਂ। ਹਰਿ ਕੇ ਚਰਨ ਕਮਲ ਮਨ ਧਿਆਓ। ਮਹਾਰਾਜ ਕਹਿੰਦੇ ਭਾਈ ਪਾਰ ਬ੍ਰਹਮ ਪਰਮੇਸ਼ਰ ਦੇ ਚਰਨਾਂ ਕਮਲਾਂ ਨੂੰ ਮਨ ਦੇ ਵਿੱਚ ਧਿਆਓ। ਚਰਨ ਕਮਲ ਕੀ ਹੈ? ਸ਼ਬਦ। ਸ਼ਬਦ ਦਾ ਧਿਆਨ ਧਰੋ ਆਪਣੇ ਮਨ ਦੇ ਵਿੱਚ। ਮਨ ਵਿੱਚ ਸ਼ਬਦ ਦਾ ਧਿਆਨ ਕਿੱਦਾਂ ਧਰਿਆ ਜਾਂਦਾ ਹੈ? ਜਦੋਂ ਸ਼ਬਦ ਦੀ ਵਿਚਾਰ ਕਰਦੇ ਹੈ ਫਿਰ ਆਟੋਮੈਟਿਕਲੀ ਉਹ ਸ਼ਬਦ ਧਿਆਨ ਵਿੱਚ ਆਉਂਦਾ, ਉਹਦਾ ਅਸਰ ਹੁੰਦਾ। ਹਰਿ ਕੇ ਚਰਨ ਕਮਲ ਮਨ ਧਿਆਓ। ਕਾੜ ਕੁਠਾਰ ਪਿਤ ਬਾਤ ਹੰਤਾ, ਔਖਦ ਹਰਿ ਕਾ ਨਾਮ।
ਸੋ ਪ੍ਰਮਾਤਮਾ ਪਰਮੇਸ਼ਰ ਦਾ ਜਿਹੜਾ ਨਾਮ ਹੈ, ਸੋ ਇਹ ਹੀ ਔਖਦ ਹੈ, ਇਹ ਹੀ ਦਾਰੂ ਹੈ, ਇਹ ਹੀ ਦਵਾਈ ਹੈ। ਮਾਰਨ ਕਿਤੇ ਸਰਬ ਰੋਗ ਕਾ ਔਖਦ ਨਾਮ। ਜਿੰਨੀਆਂ ਵੀ ਬਿਮਾਰੀਆਂ ਨੇ ਉਹਨਾਂ ਸਾਰਿਆਂ ਦਾ ਇੱਕੋ ਹੀ ਇਲਾਜ ਹੈ। ਉਹ ਕੀ ਹੈ? ਉਹ ਇਲਾਜ ਪ੍ਰਮਾਤਮਾ ਪਰਮੇਸ਼ਰ ਦੇ ਨਾਮ ਨੂੰ ਜਪਣਾ। ਇਹੋ ਹੀ ਸੋ ਉਸ ਦਾ ਪ੍ਰਮਾਤਮਾ ਪਰਮੇਸ਼ਰ ਦੇ ਨਾਮ ਹੀ, ਪਰਮੇਸ਼ਰ ਦਾ ਨਾਮ ਹੀ ਦਵਾਈ ਹੈ। ਕਾੜ ਕੁਠਾਰ ਪਿਤ ਬਾਤ ਹੰਤਾ। ਕੁਠਾਰ ਹੁੰਦਾ ਕੁਹਾੜਾ, ਸੋ ਸ਼ਬਦ ਦਾ ਕੁਹਾੜਾ। ਪਿਤ ਬਾਤ ਹੰਤਾ, ਬਿਮਾਰੀ। ਜਿਹੜਾ ਬੰਦਾ ਸੋ ਬਿਮਾਰ ਹੀ ਹੁੰਦੇ ਨੇ ਜਿਹੜਾ ਨਾਮ ਨਹੀਂ ਜਪ ਸਕਦੇ, ਬਾਣੀ ਨਹੀਂ ਪੜ੍ਹ ਸਕਦੇ। ਪਿਤ ਬਾਤ ਹੰਤਾ, ਪਿਤ ਬਾਤ ਹੰਤਾ। ਉਹਨਾਂ ਨੂੰ ਹੰਕਾਰ ਦੀ ਬਿਮਾਰੀ ਹੋਈ ਹੁੰਦੀ ਹੈ। ਹੰਕਾਰ ਦੀ ਬਿਮਾਰੀ ਐਸੀ ਹੋ ਜਾਂਦੀ ਹੈ ਕਿ ਉਹ ਪਰਮੇਸ਼ਰ ਦਾ ਨਾਮ ਨਹੀਂ ਜਪ ਸਕਦੇ। ਸੋ ਇੰਝ ਕਾੜ ਕੁਠਾਰ ਪਿਤ ਬਾਤ ਹੰਤਾ। ਜਦੋਂ ਔਖਦ ਹਰਿ ਕਾ ਨਾਉ, ਪਰਮਾਤਮਾ ਪਰਮੇਸ਼ਰ ਦੇ ਨਾਮ ਨੂੰ ਜਪਿਆ, ਅੰਦਰੋਂ ਇਹ ਸਾਰੀ ਵਿਕਾਰਾਂ ਦੀ ਬਿਮਾਰੀ ਜਿਹੜੀ ਸੀ ਉਹ ਨਿਕਲ ਗਈ, ਉਹ ਖਤਮ ਹੋ ਗਈ। ਕਹਿੰਦੇ ਉਹਦੇ ਨਾਮ ਤੋਂ ਬਿਨਾਂ ਇਹ ਬਿਮਾਰੀ ਕਦੀ ਦੂਰ ਨਹੀਂ ਹੋ ਸਕਦੀ। ਹਜ਼ੂਰ ਪਾਤਸ਼ਾਹ ਕਹਿੰਦੇ ਨੇ, ਰਹਾਉ ਤੀਨੇ ਤਾਪ ਨਿਵਾਰਣ ਹਾਰਾ, ਦੁਖ ਹੰਤਾ ਸੁਖ ਰਾਸ। ਜਿਹੜੇ ਤਿੰਨ ਤਾਪ ਨੇ ਨਾ, ਆਦਿ ਵਿਆਧੀ ਉਪਾਧੀ, ਇਹਨਾਂ ਤਿੰਨਾਂ ਤਾਪਾਂ ਨੂੰ ਹੀ ਉਹ ਦੂਰ ਕਰਨੇ ਵਾਲਾ ਹੈ। ਦੁੱਖਾਂ ਨੂੰ ਦੂਰ ਕਰਦਾ ਅਤੇ ਸੁੱਖ ਬਖਸ਼ਿਸ਼ ਕਰਦਾ ਹੈ। ਦੁੱਖ ਤਾਂ ਭੈੜੇ ਹੁੰਦੇ ਨੇ, ਕੋਈ ਵੀ ਦੁੱਖ ਹੋਵੇ, ਤਨ ਦਾ ਰੋਗ ਹੋਵੇ, ਮਨ ਦਾ ਰੋਗ ਹੋਵੇ, ਇਹ ਭੈੜਾ। ਅਤੇ ਮਹਾਰਾਜ ਦੇ ਸ਼ਬਦ ਦੇ ਵਿੱਚ ਐਸੀ ਪਾਵਰ ਹੈ ਕਿ ਉਹ ਤਿੰਨਾਂ ਤਾਪਾਂ ਨੂੰ ਹੀ ਉਹ ਖਤਮ ਕਰ ਦਿੰਦਾ ਹੈ। ਤਾ ਕਉ ਬਿਘਨ ਨਾ ਕੋ ਲਾਗੈ, ਜਾ ਕੀ ਪ੍ਰਭ ਆਗੇ ਅਰਦਾਸ। ਜਿਹੜਾ ਰੱਬ ਦੇ ਅੱਗੇ ਅਰਦਾਸ ਬੇਨਤੀ ਕਰਦਾ ਹੈ, ਉਹਨੂੰ ਵਿਘਨ ਪੈਂਦਾ ਹੀ ਕੋਈ ਨਹੀਂ ਹੈ। ਸੋ ਜੇ ਵਿਘਨ ਪੈ ਵੀ ਜਾਵੇ ਨਾ, ਪਿਆ ਹੋਇਆ ਵਿਘਨ ਵੀ ਉਹ ਨਸ਼ਟ ਕਰ ਦਿੰਦਾ ਹੈ। ਵਿਘਨ ਵਿਨਾਸ਼ਨ ਸਭ ਦੁੱਖ ਨਾਸ਼ਨ। ਜੇ ਅਰਦਾਸ ਬੇਨਤੀ ਕਰਕੇ ਕਾਰਜ ਕਰਤਾ, ਕਹਿੰਦੇ ਵਿਘਨ ਹੀ ਨਹੀਂ ਪੈਂਦਾ। ਤਾ ਕੋ ਵਿਘਨ ਨਾ ਕਉ ਲਾਗੈ, ਜਾ ਕੀ ਪ੍ਰਭ ਆਗੇ ਅਰਦਾਸ। ਸੰਤ ਪ੍ਰਸਾਦ ਵੈਦ ਨਾਰਾਇਣ, ਕਰਨ ਕਾਰਨ ਪ੍ਰਭ ਏਕ। ਇਹ ਸੰਸਾਰ ਨੂੰ ਬਣਾਉਣੇ ਵਾਲਾ ਰੱਬ ਇੱਕੋ ਹੀ ਹੈ। ਰੱਬ ਦੇ ਪਿਆਰਿਆਂ ਦੀ ਕਿਰਪਾ ਦੇ ਨਾਲ ਹੀ ਜਿਹੜਾ ਪੂਰਾ ਵੈਦ ਹੈ, ਪ੍ਰਭੂ ਹੈ, ਸਤਿਗੁਰੂ ਹੈ, ਨਾਰਾਇਣ ਹੈ, ਉਹ ਪ੍ਰਾਪਤ ਹੁੰਦਾ ਹੈ। ਸੰਤ ਪ੍ਰਸਾਦ ਵੈਦ ਨਾਰਾਇਣ, ਕਰਨ ਕਾਰਨ ਪ੍ਰਭ ਏਕ। ਜਦੋਂ ਐਸੇ ਸਤਿਗੁਰੂ ਦੀ ਪ੍ਰਾਪਤੀ ਹੁੰਦੀ ਹੈ, ਫਿਰ ਇਹਨੂੰ ਪਤਾ ਲੱਗਦਾ ਵੀ ਸਾਰੇ ਸੰਸਾਰ ਦਾ ਕਰਤਾ ਧਰਤਾ ਇੱਕ ਰੱਬ ਹੀ ਹੈ। ਬਾਲ ਬੁੱਧ ਪੂਰਨ ਸੁਖ ਦਾਤਾ, ਨਾਨਕ ਹਰ ਹਰ ਟੇਕ। ਉਹ ਬਾਲ ਬੁੱਧ ਵਾਲਿਆਂ ਨੂੰ ਪੂਰਨ ਕਰਦਾ ਹੈ, ਸੁੱਖ ਦਿੰਦਾ ਹੈ। ਬਾਲ ਬੁੱਧ ਤੋਂ ਭਾਵ ਹੁੰਦਾ ਉਹ ਬੁੱਧੀ ਜਿਸ ਬੁੱਧੀ ਦੇ ਵਿੱਚ ਕੋਈ ਛਾਲ ਫਰੇਬ ਠੱਗੀ ਧੋਖਾ ਵਾਲ ਛਲ ਨਹੀਂ, ਉਹਨੂੰ ਬਾਲ ਬੁੱਧ ਕਿਹਾ ਜਾਂਦਾ ਹੈ। ਜਿਹੜੇ ਬਾਲ ਬੁੱਧ ਵਾਲੇ ਹੁੰਦੇ ਨੇ ਉਹਨਾਂ ਨੂੰ ਉਹ ਪੂਰਨ ਕਰਦਾ ਹੈ, ਕਹਿੰਦੇ ਸੁੱਖ ਦਿੰਦਾ ਹੈ। ਨਾਨਕ ਹਰ ਹਰ ਏਕ, ਉਹ ਰੱਬ ਪਰਮਾਤਮਾ ਪਰਮੇਸ਼ਰ ਇੱਕੋ ਹੀ ਹੈ। ਟੋਡੀ ਮਹੱਲਾ ਪੰਜਵਾਂ। ਹਰ ਹਰ ਨਾਮ ਸਦਾ ਸਤ ਜਾਪ। ਸੱਚੇ ਪਾਤਸ਼ਾਹ ਸਾਨੂੰ ਸਮਰਥਨ ਦਿੰਦੇ ਨੇ, ਕਹਿੰਦੇ ਭਾਈ ਰੱਬ ਦਾ ਨਾਮ ਜਪਿਆ ਕਰੋ, ਹਰ ਵਕਤ ਹਰ ਸਮੇਂ ਉਹਨੂੰ ਧਿਆਵੋ, ਉਹਨੂੰ ਜਪੋ। ਕਹਿੰਦੇ ਸਦਾ ਸਦ ਜਾਪ, ਢਿੱਲ ਨਾ ਕਰੋ। ਕਹਿੰਦੇ ਧਾਰ ਅਨੁਗ੍ਰਹੋਂ ਪਾਰ ਬ੍ਰਹਮ ਸੁਆਮੀ, ਵਸਦੀ ਕੀਨੀ ਆ। ਅਨੁਗ੍ਰਹ ਹੁੰਦਾ ਕਿਰਪਾ। ਪਾਰ ਬ੍ਰਹਮ ਪਰਮੇਸ਼ਰ ਨੇ ਕਿਰਪਾ ਕਰ ਦਿੱਤੀ, ਮੇਰੀ ਨਗਰੀ ਵਸਦੀ ਕਰ ਦਿੱਤੀ। ਭਾਵ ਮੇਰੇ ਅੰਦਰ ਹੁਣ ਖੁਸ਼ੀਆਂ ਖੇੜੇ ਇਹ ਮਾਹੌਲ ਬਣ ਗਿਆ। ਹੁਣ ਚਿੰਤਾ ਫਿਕਰ ਉਹ ਸਭ ਖਤਮ ਹੈ। ਕਹਿੰਦੇ ਵਸਦੀ ਕੀਨੀ ਆਪ ਰਹਾ। ਜਿਸ ਕੇ ਸੇ ਫਿਰ ਤਿਨਹੀ ਸੰਭਾਲੇ, ਬਿਨ ਸੇ ਸੋਗ ਸੰਤਾਪ।
ਜਿਹਦੇ ਅਸੀਂ ਬਣਾਏ ਹੋਏ ਹਨ ਉਹਨੂੰ ਹੀ ਲਾਜ ਹੈ। ਰੱਬ ਦੇ ਬਣਾਏ ਹੋਏ ਆ, ਉਹਨੇ ਸਾਨੂੰ ਬਣਾਇਆ। ਜਿਸ ਕਿਸੇ ਜਿਹਦੇ ਅਸੀਂ ਸੀਗੇ ਫਿਰ ਉਹਨੇ ਸਾਨੂੰ ਸੰਭਾਲਿਆ। ਵਸਦੀ ਕਿੰਨੀ ਆਪ, ਮਹਾਰਾਜ ਕਹਿੰਦੇ ਉਹਨੇ ਆਪ ਹੀ ਇਸ ਨਗਰੀ ਦੇ ਵਿੱਚ ਵਾਸਾ ਕੀਤਾ। ਜਿਸ ਕੇ ਸੇ ਫਿਰ ਤਿੰਨ ਹੀ ਸੰਭਾਲੇ, ਬਿਨ ਸੇ ਸੋਗ ਸੰਤਾਪ। ਅੰਦਰੋਂ ਸਾਰੇ ਸੋਗ ਸੰਤਾਪ ਉਹ ਸਾਰੇ ਖਤਮ ਕਰ ਦਿੱਤੇ। ਕਹਿੰਦੇ ਹਾਥ ਦੇ ਰਾਖੇ ਜਨ ਆਪਣੇ, ਹਰ ਹੋਏ ਮਾਈ ਬਾਪ। ਹੱਥ ਦੇ ਕੇ ਆਪਣਿਆਂ ਪਿਆਰਿਆਂ ਨੂੰ ਉਹ ਰੱਖਦਾ ਹੈ। ਕਿੱਦਾਂ ਰੱਖਦਾ? ਕਹਿੰਦੇ ਜਿੱਦਾਂ ਮਾਂ ਬਾਪ ਆਪਣੇ ਬੱਚੇ ਦੀ ਰੱਖਿਆ ਕਰਦੇ ਨੇ। ਪਰ ਕਿ ਮਾਂ ਬਾਪ ਵੀ ਉਨੀ ਰੱਖਿਆ ਨਹੀਂ ਕਰ ਸਕਦੇ। ਹਰ ਇੱਕ ਸਮੇਂ 'ਤੇ ਹਰ ਇੱਕ ਜਗ੍ਹਾ 'ਤੇ ਮਾਂ ਬਾਪ ਥੋੜ੍ਹੀ ਪਹੁੰਚ ਸਕਦੇ ਆ। ਪਰ ਰੱਬ ਜਿਹੜਾ ਆ ਉਹ ਹਰ ਵਕਤ ਹਰ ਸਮੇਂ ਉਹ ਹਾਜ਼ਰ ਨਾਜ਼ਰ ਹੁੰਦਾ। ਸੋ ਇੰਝ ਮਾਂ ਬਾਪ ਬਣ ਕੇ ਉਹ ਹਰੇਕ ਜਗ੍ਹਾ 'ਤੇ ਹੱਥ ਦੇ ਕੇ ਰੱਖਿਆ ਕਰਦਾ ਆ। ਜੀ ਜੰਤ ਹੋਏ ਮਿਹਰਬਾਨਾ, ਦਇਆ ਧਾਰੀ ਹਰ ਨਾਥ। ਜਿੰਨੇ ਵੀ ਜੀਆ ਜੰਤ ਉਸਨੇ ਪੈਦਾ ਕੀਤੇ ਤੇ ਉਹ ਸਾਰਿਆਂ 'ਤੇ ਮਿਹਰ ਕਰਨੇ ਵਾਲਾ ਤੇ ਸਾਰਿਆਂ 'ਤੇ ਦਿਆਲੂ ਹੈ, ਦਇਆ ਕਰਦਾ ਹੈ। ਦਇਆ ਧਾਰੀ ਹਰ ਨਾਥ, ਦਇਆ ਧਾਰਨ ਕਰਕੇ ਉਹ ਨਾਥ ਉਹ ਸੁਆਮੀ ਸਾਰਿਆਂ 'ਤੇ ਮਿਹਰਾਂ ਕਰਦਾ। ਨਾਨਕ ਸ਼ਰਨ ਪਰੇ ਦੁਖ ਭੰਜਨ, ਜਾ ਕਾ ਬੜ ਪਰਤਾਪ। ਹੇ ਦੁੱਖ ਭੰਜਨ, ਦੁੱਖਾਂ ਨੂੰ ਭੰਜਣੇ ਵਾਲੇ, ਸੋ ਮੈਂ ਤੇਰੀ ਸ਼ਰਨ ਦੇ ਵਿੱਚ ਆ ਗਿਆ। ਜਦੋਂ ਦਾ ਮੈਂ ਤੇਰੀ ਸ਼ਰਨ ਵਿੱਚ ਆਇਆ, ਇਹ ਮੁੜ ਕੇ ਮੈਨੂੰ ਇਹ ਤਿੰਨੇ ਤਾਪ ਪੋਹ ਨਹੀਂ ਸਕੇ। ਕਿਉਂ? ਕਿਉਂਕਿ ਤੇਰੇ ਨਾਮ ਦਾ ਹੀ ਪ੍ਰਤਾਪ ਐਸਾ, ਤੇਰੇ ਨਾਮ ਦਾ ਤਾਂ ਐਸਾ ਪ੍ਰਤਾਪ ਹੈ, ਜਮ ਦੂਤ ਛੱਡ ਜਾਏ। ਜਿਹੜਾ ਜਮ ਆ ਉਹ ਵੀ ਛੱਡ ਕੇ ਚਲੇ ਜਾਂਦਾ। ਤੇ ਤਿੰਨ ਤਾਪ ਕੀ ਨੇ? ਕਹਿੰਦੇ ਟੋਡੀ ਮਹੱਲਾ ਪੰਜਵਾਂ, ਸੁਆਮੀ ਸ਼ਰਨ ਪਰਿਓ ਦਰਬਾਰੇ। ਹੇ ਮੇਰੇ ਮਾਲਕ, ਹੇ ਪ੍ਰਭੂ, ਮੈਂ ਤੇਰੀ ਸ਼ਰਨ ਦੇ ਵਿੱਚ ਆਇਆ ਹਾਂ, ਤੇਰੇ ਦਰਬਾਰ ਦੇ ਵਿੱਚ ਆਇਆ ਹਾਂ, ਤੇਰੀ ਸੰਗਤ ਦੇ ਵਿੱਚ ਆਇਆ ਹਾਂ। ਸ਼ਰਨ ਪਰਿਓ ਦਰਬਾਰੇ। ਕੋਟ ਪਰਾਧ ਖੰਡਨ ਕੇ ਦਾਤੇ, ਤੁਝ ਬਿਨ ਕੌਣ ਉਧਾਰੇ। ਇਹ ਤੇਰਾ ਬਿਰਧ ਹੈ। ਜਿਹੜਾ ਵੀ ਤੇਰੀ ਸ਼ਰਨ ਵਿੱਚ ਆ ਜਾਂਦਾ ਉਹਦੇ ਕਰੋੜਾਂ ਹੀ ਪਾਪਾਂ ਨੂੰ ਤੂੰ ਦੂਰ ਕਰ ਦਿੰਦਾ। ਕੋਟ ਅਪਰਾਧ, ਕਰੋੜਾਂ ਹੀ ਕੀਤੇ ਹੋਏ ਪਾਪ, ਖੰਡਨ ਕੇ ਦਾਤੇ, ਨਸ਼ਟ ਕਰ ਦਿੰਦਾ ਪਾਪਾਂ ਨੂੰ। ਹਾਂਜੀ, ਦਾਤਾਂ ਦੇਣੇ ਵਾਲਾ, ਤੁਝ ਬਿਨ ਕੌਣ ਉਧਾਰੇ। ਤੇਰੇ ਤੋਂ ਬਿਨਾਂ ਸਾਡੇ ਵਰਗਿਆਂ ਦੀ ਕੌਣ ਰੱਖਿਆ ਕਰ ਸਕਦਾ? ਕੌਣ ਸਾਨੂੰ ਬਚਾ ਸਕਦਾ? ਤੂੰ ਹੀ ਸਾਨੂੰ ਬਚਾਉਣਾ। ਰਹਾਉ ਖੋਜਤ ਖੋਜਤ ਬਹੁ ਪ੍ਰਕਾਰੇ, ਸਰਬ ਅਰਥ ਵਿਚਾਰੇ। ਸੋ ਕਈ ਪ੍ਰਕਾਰ ਦੇ ਨਾਲ ਤੇਰੀ ਖੋਜ ਕੀਤੀ, ਪਰ ਅਸਲ ਖੋਜ ਤਾਂ ਸ਼ਬਦ ਦੀ ਵਿਚਾਰ ਹੈ। ਸ਼ਬਦ ਅਰਥ ਵਿਚਾਰੇ, ਸਰਬ ਅਰਥ ਵਿਚਾਰੇ। ਸੋ ਸਾਰੇ ਹਰ ਇੱਕ ਤਰ੍ਹਾਂ ਕਰਕੇ ਸਰਬ ਅਰਥ ਵਿਚਾਰੇ, ਅਰਥਾਂ ਨੂੰ ਵਿਚਾਰਿਆ, ਖੋਜਿਆ। ਮਤਲਬ ਇਹ ਨਹੀਂ ਵੀ ਸਿਰਫ ਦੂਜਿਆਂ ਦੇ ਹੀ ਮਾੜੇ ਕਰਮ ਦੇਖੇ, ਆਪਣੇ ਕਰਮਾਂ ਵੱਲ ਵੀ ਨਿਗਾਹ ਮਾਰੀ ਹੈ। ਸੋ ਬਾਣੀ ਦਾ ਉਦੋਂ ਲਾਭ ਪੂਰਾ ਹੁੰਦਾ ਜਦੋਂ ਬਾਣੀ ਦੀ ਪੰਕਤੀ ਨੂੰ ਲੈ ਕੇ ਇਹ ਆਪਣੇ ਆਪ ਨੂੰ ਤੋਲਦਾ। ਫੇਰ ਪਤਾ ਲੱਗਦਾ ਵੀ ਗੁਰੂ ਕੀ ਕਹਿੰਦਾ ਹੈ, ਮੈਂ ਕੀ ਕਰਦਾ। ਫੇਰ ਪਤਾ ਲੱਗਦਾ ਇਸ ਨੂੰ। ਫਿਰ ਇਹਦੀ ਤਰੱਕੀ ਵੀ ਹੁੰਦੀ ਹੈ, ਅਵਸਥਾ ਵੀ ਬਣਦੀ ਹੈ। ਕਹਿੰਦੇ ਸਾਧ ਸੰਗ ਪਰਮਗਤ ਪਾਈਐ, ਮਾਇਆ ਰਚ ਬੰਧ ਹਾਰੇ। ਸਾਧ ਸੰਗਤ ਦੀ ਕਿਰਪਾ ਦੇ ਨਾਲ ਹੀ ਪਰਮਗਤ ਹੁੰਦਾ, ਉੱਚੀ ਅਵਸਥਾ। ਚੌਥਾ ਪਦ ਤੁਰੀਆ ਪਦ। ਸਾਧ ਸੰਗਤ ਦੀ ਕਿਰਪਾ ਦੇ ਨਾਲ ਮੈਨੂੰ ਇਹ ਤੁਰੀਆ ਪਦ ਪ੍ਰਾਪਤ ਹੋਇਆ। ਮਾਇਆ ਰਚ ਬੰਧ ਹਾਰੇ। ਇਹ ਮਾਇਆ ਨੇ ਜੋ ਵੀ ਰਚਨਾ ਰਚੀ ਹੋਈ ਸੀ ਮੈਨੂੰ ਬੰਧਣ ਵਾਸਤੇ, ਇਹ ਮਾਇਆ ਦੀ ਸਾਰੀ ਰਚਨਾ ਆ ਜਿਹਦੇ ਨਾਲ ਇਹ ਜੀਵ ਉਸਨੇ ਬੰਨ੍ਹ ਕੇ ਰੱਖਿਆ ਹੋਇਆ।
ਇਹ ਧਰਮ ਵਾਲੇ ਪਾਸੇ ਨਹੀਂ ਚੱਲ ਸਕਦਾ, ਜਪ ਤਪ ਨਹੀਂ ਕਰ ਸਕਦਾ, ਸੇਵਾ ਸਿਮਰਨ ਨਹੀਂ ਕਰਨ ਦਿੰਦੀ ਮਾਇਆ। ਉਹਦੇ ਸਾਰੇ ਹੀ ਯਤਨ ਮਾਇਆ ਦੇ ਫੇਲ ਹੋ ਗਏ। ਹਾਂਜੀ, ਜੋ ਉਹਨੇ ਰਚਨਾ ਰਚੀ ਸੀ ਮੈਨੂੰ ਬੰਧਣ ਵਾਸਤੇ ਨਾ, ਉਹ ਹਾਰ ਗਏ, ਬੇਕਾਰ ਹਾਰ ਗਏ। ਜਦੋਂ ਮੇਰੇ ਕੋਲ ਗੁਰੂ ਕਾ ਸ਼ਬਦ ਚੱਲਿਆ, ਜਦੋਂ ਗੁਰੂ ਦੇ ਸ਼ਬਦ ਦਾ ਜਾਪ ਹੋਇਆ, ਸੋ ਇਹ ਵਿਕਾਰ ਸਾਰੇ ਹੀ ਹਾਰ ਗਏ। ਚਰਨ ਕਮਲ ਸੰਗ ਪ੍ਰੀਤ ਮਨ ਲਾਗੀ, ਸੁਰ ਜਨ ਮਿਲੇ ਪਿਆਰੇ। ਸੋ ਚਰਨਾਂ ਕਮਲਾਂ ਦੇ ਨਾਲ ਉਦੋਂ ਪ੍ਰੀਤ ਲੱਗੀ ਜਦੋਂ ਸੁਰ ਜਨ ਮਿਲੇ, ਭਲੇ ਮਨੁੱਖ ਮਿਲੇ। ਜੇ ਚੰਗੀ ਸੰਗਤ ਹੈ ਤੇ ਉੱਦਾਂ ਦੀ ਹੀ ਰੰਗਤ ਚੜ੍ਹ ਜਾਂਦੀ ਹੈ। ਭਲੇ ਮਨੁੱਖਾਂ ਦੀ ਸੰਗਤ ਹੋਵੇਗੀ ਤਾਂ ਇਹਨੂੰ ਭਲਾ ਰੰਗ ਚੜ੍ਹੇਗਾ। ਜੇ ਮਾੜੇ ਮਨੁੱਖਾਂ ਦੀ ਸੰਗਤ ਹੋਵੇਗੀ ਤੇ ਇਹਨੂੰ ਮਾੜਾ ਰੰਗ ਚੜ੍ਹ ਜਾਵੇਗਾ, ਇਹਦੀਆਂ ਆਦਤਾਂ ਮਾੜੀਆਂ ਹੋ ਜਾਣਗੀਆਂ। ਜਦੋਂ ਦੇ ਮੈਨੂੰ ਸੁਰ ਜਨ ਮਿਲੇ ਪਿਆਰੇ, ਤੇਰੇ ਪਿਆਰੇ ਤੇਰੇ ਸਤਸੰਗੀ ਮਿਲੇ, ਉਦੋਂ ਤੋਂ ਮੇਰਾ ਮਨ ਹੁਣ ਬਾਣੀ ਪੜ੍ਹਨ ਨੂੰ ਬੜਾ ਕਰਦਾ। ਬਾਣੀ ਨੂੰ ਸਮਝਣ ਵਾਸਤੇ ਮਨ ਹਰ ਵਕਤ ਚਾਅ 'ਚ ਰਹਿੰਦਾ ਵੀ ਬਾਣੀ ਦੀ ਸਮਝ ਆ ਜਾਵੇ, ਪਤਾ ਲੱਗ ਜਾਵੇ ਵੀ ਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਕੀ ਬਖਸ਼ਿਸ਼ ਕਰਦੇ ਨੇ, ਸੋ ਕੀ ਬਚਨ ਕਰਦੇ ਨੇ। ਨਾਨਕ ਆਨੰਦ ਕਰੇ ਹਰ ਜਪ, ਨਾਨਕ ਆਨੰਦ ਕਰੇ ਹਰ ਜਪ ਜਪ, ਸਗਲੇ ਰੋਗ ਨਿਵਾਰੇ। ਸੱਚੇ ਪਾਤਸ਼ਾਹ ਕਹਿੰਦੇ ਮੈਂ ਤਾਂ ਜਿਹੜਾ ਆਨੰਦ ਵਿੱਚ ਰਹਿਣਾ, ਖੁਸ਼ੀ ਖੇੜੇ ਵਿੱਚ ਰਹਿਣਾ ਹਰ ਵਕਤ, ਇੱਕ ਉਹਦਾ ਜਿਹੜਾ ਮੈਂ ਨਾਮ ਜਪਦਾ ਨਾ ਉਹਦੇ ਕਰਕੇ ਹੈ। ਅਤੇ ਰੋਗ ਕੋ ਨੇੜੇ ਆਉਂਦਾ ਹੀ ਨਹੀਂ। ਜਿਹੜੇ 5 ਰੋਗ ਨੇ ਨਾ, ਕਾਮ ਕ੍ਰੋਧ ਲੋਭ ਅਹੰਕਾਰ, ਨਾਮ ਜਪਣੇ ਵਾਲੇ ਦੇ ਨੇੜੇ ਇਹਨਾਂ 5 ਚੋਂ ਕੋਈ ਵੀ ਨਹੀਂ ਆਉਂਦਾ। ਇੰਝ ਕਹਿ ਲਈਏ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਸੋ ਆਪਣਿਆਂ ਸਿੱਖਾਂ ਨੂੰ ਇਹ ਉਪਦੇਸ਼ ਦਿੰਦੇ ਨੇ, ਭਾਈ ਜੇ ਤੁਸੀਂ ਚਾਹੁੰਦੇ ਹੋ ਵੀ ਤੁਸੀਂ ਇਹ ਮਾਇਆ ਦੇ ਬੰਧਨ ਤੁਹਾਨੂੰ ਨਾ ਪੈਣ। ਮਾਇਆ ਬੰਨ ਕੇ ਮਾਇਆ ਮਾਰਦੀ ਹੈ, ਮਾਇਆ ਬੰਨ ਕੇ ਕੁੱਟਦੀ ਹੈ ਬੰਦੇ ਨੂੰ। ਵਿਕਾਰਾਂ ਦੇ ਨਾਲ ਪਹਿਲੋਂ ਬੰਨ੍ਹ ਲੈਣਾ, ਵਿਕਾਰਾਂ ਦੇ ਨਾਲ ਸਾਰੇ ਹੀ ਬੱਝੇ ਹੋਏ ਨੇ, ਕਿਹੜਾ ਨਹੀਂ ਬੱਝਿਆ ਹੋਇਆ। ਸ਼ਬਦ ਦਾ ਜਿਹੜਾ ਜਾਪ ਕਰਨੇ ਵਾਲਾ ਸੋ ਉਹ ਨਹੀਂ ਫਿਰ ਇਹਨਾਂ ਬੰਧਨਾਂ 'ਚ ਪੈਂਦਾ। ਜਿਹੜੇ ਨਾਮ ਨੂੰ ਜਪਣੇ ਵਾਲੇ ਨੇ ਉਹ ਆਨੰਦ ਕਰੇ ਹਰ ਜਪ ਜਪ, ਉਹ ਵਾਹਿਗੁਰੂ ਵਾਹਿਗੁਰੂ ਕਰਦੇ ਆਨੰਦ ਵਿੱਚ ਰਹਿੰਦੇ ਨੇ, ਆਨੰਦ ਕਰਦੇ ਨੇ। ਸਗਲੇ ਰੋਗ ਨਿਵਾਰੇ, ਇੱਥੇ ਜਿੰਨੇ ਰੋਗ ਸਨ ਨਾ ਸੋ ਸਾਰੇ ਹੀ ਦੂਰ ਹੋ ਗਏ। ਤਨ ਦੇ ਰੋਗ ਦੂਰ ਹੋ ਗਏ, ਮਨ ਦੇ ਰੋਗ ਦੂਰ ਹੋ ਗਏ। ਸਰਬ ਰੋਗ ਕਾ ਔਖਦ ਨਾਮ, ਮਹਾਰਾਜ ਕਹਿੰਦੇ ਸਾਰੇ ਹੀ ਰੋਗ, ਇੱਥੇ ਤਾਂ ਗਿਣਤੀ ਨਹੀਂ ਸੱਚੇ ਪਾਤਸ਼ਾਹ ਨੇ ਕੀਤੀ ਕੋਈ। ਸੋ ਮਨ ਦੇ ਰੋਗ 5 ਨੇ ਅੰਦਰਲੇ, ਜਿਹੜੇ ਤਨ ਦੇ ਰੋਗ ਨੇ ਇਹਨਾਂ ਦੀ ਗਿਣਤੀ ਨਹੀਂ ਹੈ ਕੋਈ ਗਿਣਤੀ ਹੈ ਕਿੰਨੀਆਂ ਕੁ ਬਿਮਾਰੀਆਂ ਸੋ ਬੰਦੇ ਨੂੰ ਚਿੰਬੜੀਆਂ ਹੋਈਆਂ, ਕੋਈ ਗਿਣਤੀ ਨਹੀਂ ਹੈ। ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਤਨ ਦੇ ਮਨ ਦੇ ਇਹ ਸਾਰੇ ਹੀ ਰੋਗ ਉਹ ਦੂਰ ਕਰਦਾ। ਕਿੱਦਾਂ? ਜਦੋਂ ਇਹ ਪ੍ਰਭੂ ਦਾ ਸਿਮਰਨ ਕਰਦਾ, ਜਦੋਂ ਉਹਦਾ ਇਹ ਜਾਪ ਕਰਦਾ ਹੈ। ਮਹਾਰਾਜ ਨੇ ਬੜੀ ਮਿਹਰ ਕਿਰਪਾ ਕੀਤੀ ਹੈ। ਇਹ ਪਾਵਨ ਉਪਦੇਸ਼ ਸਤਿਗੁਰਾਂ ਨੇ ਬਖਸ਼ਿਆ। ਮਹਾਰਾਜ ਕਹਿੰਦੇ ਪੂਰੇ ਗੁਰੂ ਕਾ ਸਨ ਉਪਦੇਸ਼ ਪਾਰ ਬ੍ਰਹਮ ਨਿਕਟ ਕਰ ਪੇਖ। ਭਾਈ ਜੇ ਤੂੰ ਰੱਬ ਨੂੰ ਨੇੜੇ ਵੇਖਣਾ ਚਾਹੁੰਦਾ ਹੈ ਨਾ ਅਤੇ ਉਹਦਾ ਉਪਦੇਸ਼ ਸੁਣਿਆ ਕਰ। ਸੁਣ ਕੇ ਮੰਨਣਾ, ਮੰਨ ਕੇ ਕਮਾਈ ਕਰਨੀ ਹੈ ਨਾ, ਉਹ ਬਾਅਦ ਦੀਆਂ ਗੱਲਾਂ। ਜਦੋਂ ਇਹ ਕਮਾਈ ਕਰਨ ਲੱਗ ਪੈਂਦਾ ਅਤੇ ਉਦੋਂ ਤਾਂ ਜ਼ਾਹਰਾ ਜ਼ਹੂਰ ਹਾਜ਼ਰਾ ਹਜ਼ੂਰ। ਸੋ ਇਹ ਸਮਝਣ ਲੱਗ ਪੈਂਦਾ ਕਿ ਰੱਬ ਤਾਂ ਮੇਰੇ ਸਨਮੁਖ ਹੈ। ਜੈ ਜੈ ਪੇਖੋ ਤੈ ਉਤੈ ਹਜ਼ੂਰ ਦੂਰ ਕਤ ਹੋ ਨਾ ਜਾਏ। ਪਰ ਜਦੋਂ ਇਹੋ ਪੂਰੇ ਗੁਰੂ ਦੇ ਉਪਦੇਸ਼ ਨੂੰ ਸੁਣਨ ਦੀ ਆਦਤ ਹੀ ਪਾ ਲੈਂਦਾ, ਉਹਦੇ ਨਾਲ ਹੀ ਇਸ ਨੂੰ ਇਹ ਸਮਝ ਪੈ ਜਾਂਦੀ ਕਿ ਰੱਬ ਜਿਹੜਾ ਆ ਨੇੜੇ ਤੋਂ ਨੇੜੇ ਹੈ। ਜਦੋਂ ਕਮਾਈ ਕਰਦਾ ਉਹਨੂੰ ਸਾਖਸ਼ਾਤ ਸੋ ਉਹਨੂੰ ਮਹਿਸੂਸ ਹੋਣ ਲੱਗ ਪੈਂਦਾ ਕਿ ਉਹ ਭਾਈ ਸਰਬ ਕਲਾ ਭਰਪੂਰ ਹੈ, ਉਹ ਹਰ ਇੱਕ ਜਗ੍ਹਾ 'ਤੇ ਹੈ, ਸਭ ਤੋਂ ਨੇੜੇ ਹੈ ਅਤੇ ਸਭਨਾਂ ਦੇ ਦੁੱਖ ਦੂਰ ਕਰਨੇ ਵਾਲਾ। ਇਹ ਪਾਵਨ ਉਪਦੇਸ਼ ਜੋ ਗੁਰੂ ਸਾਹਿਬ ਜੀ ਨੇ ਆਪਾਂ ਨੂੰ ਬਖਸ਼ਿਆ, ਸੱਚੇ ਪਾਤਸ਼ਾਹ ਜੀ ਨੇ ਸਾਨੂੰ ਗੁਰਬਾਣੀ ਦੀ ਸੋਝੀ ਕਰਵਾਈ ਹੈ। ਮਹਾਰਾਜ ਜੀ ਕਿਰਪਾ ਕਰਨ, ਭੁੱਲਾਂ ਦੀ ਖਿਮਾ ਜੀ। ਆਨੰਦ ਸਾਹਿਬ ਦਾ ਪਾਠ ਕਰੀਏ। ਰਾਮ ਕਲੀ ਮਹੱਲਾ ਤੀਜਾ। ਆਨੰਦ ਇੱਕ ਓਂਕਾਰ ਸਤਿਗੁਰ ਪ੍ਰਸਾਦਿ। ਆਨੰਦ ਪਿਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ, ਸਤਿਗੁਰ ਤਾਂ ਪਾਇਆ ਸਹਿਜ ਛੇਤੀ ਮਨ ਬਜੀਆਂ ਵਧਾਈਆਂ।
ਰਾਗ ਰਤਨ ਪਰਵਾਰ ਭਰਿਓ ਸ਼ਬਦ ਗਾਵਣ ਆਈਆਂ। ਸ਼ਬਦ ਤਾਂ ਗਾਵ ਹਰੀ ਕੇਰਾ ਮਨ ਜਿਨੀ ਵਸਾਇਆ। ਕਹੈ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ। ਏ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ। ਹਰ ਨਾਲ ਰਹੋ ਤੂੰ ਮਨ ਮੇਰੇ ਦੁਖ ਸਭ ਵਿਸਾਰਣਾ। ਅੰਗੀਕਾਰੂ ਕਰੇ ਤੇਰਾ ਕਾਰ ਸਭ ਸਵਾਰਣਾ। ਸਭਨਾ ਗੱਲਾਂ ਸਮਰੱਥ ਸੁਆਮੀ ਸੋਖਿਓ ਮਨੋ ਵਿਸਾਰੇ। ਕਹੈ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ। ਸਾਚੇ ਸਾਹਿਬਾ ਕਿਆ ਨਾਹੀ ਘਰ ਤੇਰਾ। ਕਰਤਾ ਤੇਰਾ ਸਭ ਕਿਛ ਹੈ ਜਿਸ ਦੇਹ ਸੋ ਪਾਵੇ। ਸਦਾ ਸਿਵ ਸਲਾਹ ਤੇਰੀ ਨਾਮ ਮਨ ਵਸਾਵੇ। ਨਾਮ ਜਿਨ ਕੈ ਮਨ ਵਸਿਆ ਵਾਜੇ ਸ਼ਬਦ ਕਨੇਰੇ। ਕਹੈ ਨਾਨਕ ਸੱਚੇ ਸਾਹਿਬ ਕਿਆ ਨਾਹੀ ਘਰ ਤੇਰਾ। ਸਾਚਾ ਨਾਮ ਮੇਰਾ ਆਧਾਰ। ਸਾਚ ਨਾਮਦਾਰ ਮੇਰਾ ਜਿਨ ਭੁੱਖਾਂ ਸਭ ਗਵਾਈਆਂ। ਕਰ ਸ਼ਾਂਤ ਸੁਖ ਮਨ ਆਏ ਵਸਿਆ ਜਿਨ ਇੱਛਾ ਸਭ ਪੁਜਾਈਆਂ। ਸਦਾ ਕੁਰਬਾਨ ਕੀਤਾ ਗੁਰ ਬਿਟੋ ਜਿਸ ਦੀਆਂ ਵਡਿਆਈਆਂ। ਕਹੈ ਨਾਨਕ ਸੁਣੋ ਸੰਤੋ ਸ਼ਬਦ ਤਰੋ ਪਿਆਰੋ। ਸਾਚਾ ਨਾਮ ਮੇਰਾ ਆਧਾਰ। ਵਾਜੇ ਪੰਜ ਸ਼ਬਦ ਤਿਤ ਘਰ ਸੁਭਾਗੈ। ਘਰ ਸੁਭਾਗੇ ਸ਼ਬਦ ਵਾਜੇ ਕਲਾ ਜਿਤ ਕਰ ਧਾਰੀਆਂ। ਪੰਚ ਦੂਤ ਤੁਧ ਵਸ ਕੀਤੇ ਕਾਲ ਕੰਠਕ ਮਾਰਿਆ। ਤੁਰ ਕਰਮ ਪਾਇਆ ਤੁਰ ਜਿਨ ਕਉ ਸੇ ਨਾਮ ਹਰ ਕੇ ਲਾਗੇ। ਕਹੈ ਨਾਨਕ ਤੈਸ ਕੋ ਹੋਆ ਤਿਤ ਕਰ ਅਨਹਦ ਵਾਂਝੇ। ਅਨ ਸੁਣੋ ਬਡ ਭਾਗਿਓ ਸਗਲ ਮਨੋਰਥ ਪੂਰੇ। ਪਾਰ ਬ੍ਰਹਮ ਪ੍ਰਪਾਇਆ ਉਤਰੇ ਸਗਲ ਵਿਸੂਰੇ। ਦੁਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ। ਸੰਤ ਸਾਜਨ ਪਏ ਸਰਸੇ ਪੂਰੇ ਗੁਰ ਤੇ ਜਾਣੀ। ਸੁਣਤੇ ਪਨੀਤ ਕਹਤੇ ਪਵਿੱਤ ਸਤਿਗੁਰ ਹਿਆ ਭਰਪੂਰੇ। ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਤੂਰੇ। ਸੁਣ ਤੇ ਪਨੀਤ ਕਹਤੇ ਪਵਿੱਤ ਸਤਿਗੁਰ ਹਾ ਭਰਪੂਰੇ। ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਤੂਰੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੂੰ ਠਾਕੁਰ
ਜੋ ਜੀ ਛਕੇ ਆਪ ਦਾ ਨਾਮ ਤੇ ਪਾਵਨ ਕੋ ਬਖਸ਼ੋ ਸੰਤਾਂ ਦੇ ਹਾਥ ਤੇ ਸਹੀ ਪਿਆਰੇ ਗੁਰੂ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਰਾਗਿਆ ਭੀ ਕਾਲ ਕੀ ਵਾਹਿਗੁਰੂ ਪੰਥ ਗੁਰੂ ਨਾਨਕ ਗ੍ਰੰਥ ਜੀ ਮਾਨਿਓ ਪ੍ਰਗਟ ਕਰਾਂ ਕੀ ਰਾਜ ਕਰੇਗਾ ਖਾਲਸਾ ਆਕੀ ਰਹੇ ਨਾ ਕੋਈ ਹੋਏ ਸਭ ਲੰਗੇ ਸ਼ਰਨ ਵਾਹਿਗੁਰੂ ਨਾਮ ਜਹਾਜ ਹੈ ਚੜੀ ਸੁਤਰੀ ਸ਼ਰਨਾ ਕਰ ਸ਼ੇਰ ਤੇ ਗੁਰ ਕਲਗੀ ਸੋਈ ਸੀਸ ਨਵਰੀ ਰਚਿਆ ਕਰੇ